ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ, ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੀ ਇਸ ਨੈਕਸਟ ਕਲਾਸ ਦੇ ਵਿੱਚ ਚਾਈਲਡ ਡਿਵੈਲਪਮੈਂਟ ਦੇ ਜਿਹੜੇ ਨੈਕਸਟ 15 ਕੁਐਸਚਨ ਆਪਾਂ ਡਿਸਕਸ ਕਰਾਂਗੇ। ਸੋ ਕੱਲ ਫਸਟ ਪਾਰਟ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਸੀ। ਸੋ ਨੈਕਸਟ ਜਿਹੜੇ ਹੈ 15 MCQ ਨੇ। ਸੋ ਕੋਸ਼ਿਸ਼ ਕਰੀ ਜਾਊਗੀ ਕਿ ਮੰਡੇ ਤੋਂ ਜਿਹੜੀਆਂ ਨੇਗੀਆਂ ਲਾਈਵ ਕਲਾਸਿਸ ਰਹਿਣਗੀਆਂ ਜੋ ਕਿ ਜੂਮ ਤੇ ਲਗਾਈਆਂ ਜਾਣਗੀਆਂ ਜਾਂ ਕਿਸੇ ਹੋਰ ਅਦਰ ਐਪ ਤੇ ਲਗਾਈ ਜਾਵੇਗੀ। ਸੋ ਇਸ ਲਈ ਤੁਸੀਂ ਅਲੱਗ ਤੋਂ ਜਿਹੜੀ ਰਜਿਸਟ੍ਰੇਸ਼ਨ ਉਹ ਕਰਵਾ ਸਕਦੇ ਹੈਗੇ ਹੋ। ਸੋ 28 ਦਿਨਾਂ ਦੇ ਵਿੱਚ ਉਸ ਦੇ ਵਿੱਚ ਜਿਹੜੀ ਥਿਊਰੀ ਹੈ ਸਿਰਫ ਥਿਊਰੀ ਨੂੰ ਹੀ ਡਿਸਕਸ ਕੀਤਾ ਜਾਊਗਾ। ਸੋ ਬਾਕੀ ਦੀਆਂ ਜਿਹੜੀਆਂ YouTube ਦੇ ਉੱਪਰ ਕਲਾਸਾਂ ਹੋਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ MCQ ਨਾਲ ਰਿਲੇਟਡ ਹੋਣਗੀਆਂ। ਸੋ ਜੇਕਰ ਕੋਈ ਸਟੂਡੈਂਟ ਇੰਟਰਸਟਡ ਹੈ ਤਾਂ ਉਹ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਉਹ ਸਾਰੀਆਂ PDF ਵੀ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਜਿਹੜੀ ਥਿਊਰੀ ਵਾਲਾ ਪਾਰਟ ਹੈ ਉਹ ਅਲੱਗ ਤੋਂ ਕਰਵਾਇਆ ਜਾਊਗਾ। ਸੋ ਉਸ ਦੇ ਵਿੱਚ ਸਾਰੀ ਥਿਊਰੀ ਹੋਊਗੀ। ਸੋ ਉਸ ਨੂੰ ਸਾਰਿਆਂ ਨੂੰ ਅੰਡਰਸਟੈਂਡ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕੁਐਸਚਨ ਉਹ ਬਣਦੇ ਹੈਗੇ ਨੇ ਪੀਐਸਟੈਟ ਦੇ ਵਿੱਚ, ਉਹ ਸਾਰਾ ਕੁਝ ਉਸ ਦੇ ਵਿੱਚ ਕਵਰ ਕਰਾਇਆ ਜਾਊਗਾ, ਸਪੈਸ਼ਲੀ ਸਾਈਕੋ ਦਾ। ਓਕੇ, ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਕੱਲ ਫਸਟ ਪਾਰਟ ਜਿਹੜਾ ਕੰਪਲੀਟ ਹੋ ਗਿਆ ਸੀ। ਸੋ ਨੈਕਸਟ ਜਿਹੜੇ ਹੋਰ ਪਾਰਟ ਆਉਂਦੇ ਰਹਿਣਗੇ ਜਿਹਦੇ ਵਿੱਚ ਜ਼ਿਆਦਾ ਆਪਾਂ MCQ ਵੀ ਕਰਾਂਗੇ ਔਰ ਨਾਲ ਹੀ ਕੁਝ ਪਾਰਟ ਜਿਹੜੇ ਥਿਊਰੀ ਵਾਲੇ ਨੇ ਉਹ ਵੀ ਆਪਾਂ ਡਿਸਕਸ ਕਰ ਲਵਾਂਗੇ। ਸੋ ਫਸਟ ਕੁਐਸਚਨ ਇੱਧਰ ਰਹੂਗਾ ਕਿ ਜਦ ਇੱਕ ਅਧਿਆਪਕ ਬੱਚਿਆਂ ਨੂੰ ਜਮਾਤ ਦੇ ਵਿੱਚ ਅੰਕਲਨ ਕਰਦਾ ਹੈ, ਯਾਨੀ ਕਿ ਐਵੈਲੂਏਸ਼ਨ ਕਰਦਾ ਹੈ ਬੱਚੇ ਦੀ, ਤਾਂ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਬੱਚੇ ਦੇ ਉਦੇਸ਼ਾਂ ਨੂੰ, ਠੀਕ ਹੈ, ਅੰਕਲਨ ਕਰ ਰਿਹਾ ਹੁੰਦਾ ਹੈ, ਤਾਂ ਉਹਨਾਂ ਵਿੱਚੋਂ ਕਿਹੜਾ ਉਦੇਸ਼ ਉਸ ਤੇ ਵਿਸ਼ਵਾਸਯੋਗ ਅਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਧਿਆਨ ਰੱਖਣਾ ਕਿ ਜਦੋਂ ਇੱਕ ਅਧਿਆਪਕ ਬੱਚਿਆਂ ਨੂੰ ਜਮਾਤ ਦੇ ਵਿੱਚ ਅੰਕਲਨ ਕਰਦਾ ਹੈ, ਐਵੈਲੂਏਟ ਕਰਦਾ ਹੈ, ਤਾਂ ਉਸ ਸਮੇਂ ਕਿਹੜਾ ਉਦੇਸ਼ ਜਿਹੜਾ ਹੈ ਉਸਦਾ ਵਿਸ਼ਵਾਸਯੋਗ ਹੈ ਜੋ ਕਿ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਛੱਡ ਦਿੱਤਾ ਜਾਂਦਾ ਇਹਨਾਂ ਦੇ ਵਿੱਚੋਂ। ਸੋ ਆਪਸ਼ਨ 1 ਹੈ ਬੱਚਿਆਂ ਨੂੰ ਉਹਨਾਂ ਦੀ ਪੇਸ਼ਕਾਰੀ ਦੀ ਜਾਣਕਾਰੀ। ਆਪਸ਼ਨ 2 ਹੈ ਬੱਚਿਆਂ ਦੀਆਂ ਆਦਤਾਂ ਅਤੇ ਪ੍ਰਦਰਸ਼ਨਾਂ ਦੀ ਸੂਚੀ ਬਾਰੇ ਅੰਕਲਨ ਕਰਨਾ। ਅਤੇ ਆਪਸ਼ਨ 3 ਹੈ ਫਾਲਤੂ ਅਤੇ ਬੱਚਿਆਂ ਵਿੱਚ ਹੀਨ ਭਾਵਨਾ ਵਾਲੀ ਤੁਲਨਾ ਨੂੰ ਘੱਟ ਕਰਨਾ। ਅਤੇ ਆਪਸ਼ਨ 4 ਹੈ ਇਕੱਲ ਅਭਿਰੁਚੀ ਯਾਦ ਕਰਨ ਦੇ ਤਰੀਕਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ। ਸੋ ਗੱਲ ਕੀਤੀ ਗਈ ਹੈ ਆਂਕਲਨ ਦੀ, ਐਵੈਲੂਏਸ਼ਨ ਕਰਨ ਦੀ ਗੱਲ ਕੀਤੀ ਗਈ ਹੈ, ਤਾਂ ਬੱਚੇ ਦੇ ਕਿਹੜੇ ਉਦੇਸ਼ ਨੂੰ ਜਿਹੜਾ ਇੱਥੇ ਨਜ਼ਰਅੰਦਾਜ਼ ਕੀਤਾ ਜਾਊ। ਅੰਕਲਨ ਕਰ ਰਹੇ ਆ ਤਾਂ ਜ਼ਰੂਰੀ ਹੈ ਕਿ ਉਹਦੇ ਵਿੱਚ ਬੱਚਿਆਂ ਦੀ ਜਿਹੜੀ ਪੇਸ਼ਕਾਰੀ ਹੈ ਉਹਦੀ ਜਾਣਕਾਰੀ ਉਸ ਕੋਲੇ ਹੋਣੀ ਚਾਹੀਦੀ ਹੈ ਤੇ ਉਹ ਬੱਚਿਆਂ ਨੂੰ ਦੱਸੇਗਾ ਵੀ ਉਸ ਬਾਰੇ। ਓਕੇ, ਔਰ ਦੂਸਰਾ ਹੈ ਕਿ ਬੱਚਿਆਂ ਦੀ ਆਦਤ ਅਤੇ ਪ੍ਰਦਰਸ਼ਨਾਂ ਦੀ ਜਿਹੜੀ ਸੂਚੀ ਬਾਰੇ ਵੀ ਅੰਕਲਨ ਕੀਤਾ ਜਾਊਗਾ ਕਿ ਬੱਚੇ ਦੀ ਆਦਤ ਕੀ ਹੈ ਅਤੇ ਉਹ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਕਰਦਾ ਹੈ, ਕਿਹੋ ਜਿਹਾ ਰਿਹਾ ਹੈ, ਉਹਦੀ ਵੀ ਸੂਚੀ ਉਸ ਦੇ ਵਿੱਚ ਹੋਊਗੀ ਤੇ ਉਸ ਨੂੰ ਵੀ ਅੰਕਲਨ ਕੀਤਾ ਜਾਊਗਾ। ਇਸ ਤੋਂ ਇਲਾਵਾ ਫਾਲਤੂ ਅਤੇ ਬੱਚਿਆਂ ਦੇ ਵਿੱਚ ਹੀਨ ਭਾਵਨਾ ਵਾਲੀ ਤੁਲਨਾ ਨੂੰ ਘੱਟ ਕਰਨਾ ਚਾਹੀਦਾ ਹੈ, ਇਹ ਵੀ ਇਨਕਲੂਡ ਹੈ ਕਿਉਂਕਿ ਫਾਲਤੂ ਚੀਜ਼ਾਂ ਨੂੰ ਵੀ ਛੱਡ ਦਿੱਤਾ ਜਾਊਗਾ ਤੇ ਬੱਚਿਆਂ ਦੇ ਵਿੱਚ ਹੀਨ ਭਾਵਨਾ ਵਾਲੀ ਜਿਹੜੀ ਗੱਲ ਪੈਦਾ ਕਰਨਗੇ ਉਹਨੂੰ ਵੀ ਘੱਟ ਕਰ ਦਿੱਤਾ ਜਾਊਗਾ। ਔਰ ਆਖਿਰ ਦੇ ਵਿੱਚ ਰਹੂਗਾ ਕਿ ਇਕੱਲ ਅਭਿਰੁਚੀ ਯਾਦ ਕਰਨ ਦੇ ਤਰੀਕਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ। ਸੋ ਇਸ ਕਰਕੇ ਡੀ ਆਂਸਰ ਇਸ ਦੇ ਵਿੱਚ ਨਹੀਂ ਹੋਊਗਾ। ਸੋ ਇਸ ਨੂੰ ਅਸੀਂ ਨਜ਼ਰਅੰਦਾਜ਼ ਕਰ ਸਕਾਂਗੇ ਕਿਉਂਕਿ ਇਕੱਲ ਅਭਿਰੁਚੀ ਜਿਹੜੀ ਹੈ ਸਟੂਡੈਂਟਸ ਇੰਡੀਵਿਜੂਅਲ ਐਪਟੀਟਿਊਡ ਜਿਹੜਾ ਹੈ ਉਸ ਨੂੰ ਵੀ ਛੱਡ ਦਿੱਤਾ ਜਾਊਗਾ ਅਤੇ ਉਸਨੇ ਕਿਸ ਤਰੀਕੇ ਦੇ ਨਾਲ ਕੋਈ ਵੀ ਚੀਜ਼ ਜਿਹੜੀ ਯਾਦ ਕੀਤੀ ਹੈ ਉਸ ਦੇ ਉੱਪਰ ਵੀ ਫੋਕਸ ਨਹੀਂ ਕੀਤਾ ਜਾਊਗਾ। ਸੋ ਇਹ ਸਮਝਿਆ ਜਾਊਗਾ ਬੱਚੇ ਨੇ ਸਿੱਖਿਆ ਕਿਵੇਂ ਹੈ, ਕਿਹੋ ਜਿਹਾ ਪ੍ਰਦਰਸ਼ਨ ਰਿਹਾ ਹੈ, ਕਿਹੋ ਜਿਹਾ ਉਸਨੇ ਜਿਹੜਾ ਨਾ ਸਾਨੂੰ ਕੁਝ ਮਟੀਰੀਅਲ ਜਿਹੜਾ ਉਹ ਪ੍ਰਜੈਂਟ ਕਰਕੇ ਦਿਖਾਇਆ ਹੈ। ਸੋ ਇਹ ਚੀਜ਼ ਫੋਕਸ, ਇਸ ਚੀਜ਼ ਦੇ ਉੱਪਰ ਧਿਆਨ ਨਹੀਂ ਦਿੱਤਾ ਜਾਊਗਾ ਕਿ ਬੱਚੇ ਨੇ ਉਸ ਚੀਜ਼ ਨੂੰ ਯਾਦ ਕਿਵੇਂ ਕੀਤਾ ਹੈ ਜਾਂ ਕਿਹੜੇ ਮੈਥਡਾਂ ਦਾ ਇਸਤੇਮਾਲ ਕੀਤਾ ਹੈ। ਉਸਨੇ YouTube ਤੋਂ ਪੜ੍ਹਿਆ ਹੈ, ਉਸਨੇ ਬੁੱਕ ਤੋਂ ਪੜ੍ਹਿਆ ਹੈ, ਉਸਨੇ ਕਿਸੇ ਤੋਂ ਸੁਣਿਆ ਹੈ, ਇਹ ਚੀਜ਼ ਅਸੀਂ ਕਦੇ ਵੀ ਜਿਹੜੀ ਹੈ ਅੰਕਲਨ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ। ਓਕੇ, ਨੈਕਸਟ ਹੈ ਜਦ ਵੀ ਤੁਸੀਂ ਇੱਕ ਬਹੁਪਾਤੀ ਚੋਣ ਵਾਲਾ ਪ੍ਰਸ਼ਨ ਬਣਾ ਰਹੇ ਹੁੰਦੇ ਹੋ ਤਾਂ ਗਲਤ ਉੱਤਰ ਇੱਕ ਚੁਣਾਵ ਵਾਂਗੂ ਸਹੀ ਉੱਤਰ ਨਾਲ ਆਉਂਦੇ ਹੈਗੇ ਨੇਗੇ ਅਤੇ ਇਹਨਾਂ ਗਲਤ ਜਵਾਬਾਂ ਨੂੰ ਤੁਸੀਂ ਕੀ ਕਹੋਗੇ। ਮਲਟੀਪਲ ਜਿਹੜੇ ਚੁਆਇਸ ਵਾਲੇ ਕੁਐਸਚਨ ਹੁੰਦੇ ਨੇ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਸੋ ਇਹਦੇ ਵਿੱਚ ਗਲਤ ਉੱਤਰ ਜਿਹੜਾ ਹੁੰਦਾ ਹੈ ਉਹ ਬਾਕੀ ਦੇ ਜਿਹੜੇ ਕਹਿ ਸਕਦੇ ਆ ਸਹੀ ਉੱਤਰ ਹੁੰਦੇ ਨੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਨੇ, ਪਰ ਇਹਨਾਂ ਗਲਤ ਜਵਾਬਾਂ ਨੂੰ ਕਿਹਾ ਕੀ ਜਾਂਦਾ ਹੈ। ਹਾਲਾਂਕਿ ਇੱਕ ਸਹੀ ਹੁੰਦਾ ਹੈ, 3 ਗਲਤ ਹੁੰਦੇ ਨੇਗੇ ਜਾਂ 3 ਸਹੀ ਹੁੰਦੇ ਆ ਜਾਂ 1 ਗਲਤ ਹੁੰਦਾ ਉਹਨਾਂ ਦੇ ਵਿੱਚੋਂ, ਜਿਸ ਟਾਈਪ ਦਾ ਵੀ ਕੁਐਸਚਨ ਪੁੱਛਣ, ਬਟ ਇਹਨਾਂ ਨੂੰ ਆਪਾਂ ਕਹਿੰਦੇ ਕੀ ਹੈਗੇ ਆ। ਸੋ ਇਹਦਾ ਕਾਰਨ ਕੀ ਹੈਗਾ ਗਾ। ਸੋ ਇੱਕ ਹੈ ਕਿ ਇਸ ਦੇ ਨਾਲ ਜਿਹੜਾ ਹੈਗਾ ਸਕਦੇ ਆ ਧਿਆਨ ਹਟਾਉਣ ਵਾਲਾ, ਦੂਸਰਾ ਹੈ
मूल रूप, तीसरा है पोर्टफोलियो ਤੇ ਚੌਥਾ ਹੈ ਮੁਲਾਂਕਣ ਬਿੰਦੂ। ਤਾਂ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਵੀ ਅਸੀਂ ਕੁਐਸਚਨ ਜਾਂ ਟੈਸਟ ਪਾਉਣੇ ਆ ਤਾਂ ਉਹਦੇ ਨਾਲ ਅਸੀਂ ਬੱਚੇ ਦਾ ਜਿਹੜਾ ਮੁਲਾਂਕਣ ਹੈ ਉਹ ਕਰਦੇ ਹਾਂ ਤੇ ਇਸ ਲਈ ਮੁਲਾਂਕਣ ਬਿੰਦੂ ਵੀ ਹੈ। ਪੋਰਟਫੋਲੀਓ ਕਿ ਇੱਕ ਤਿਆਰ ਕੀਤਾ ਹੋਇਆ ਜਿਹੜਾ ਸਾਰਾ ਹੈ ਨਾ ਸਿਸਟਮ ਹੁੰਦਾ ਹੈ, ਟੈਸਟ ਤਿਆਰ ਹੁੰਦਾ ਹੈ, ਪੋਰਟਫੋਲੀਓ ਦੇ ਰੂਪ ਦੇ ਵਿੱਚ ਹੁੰਦਾ ਹੈ। ਅਤੇ ਕੁਐਸਚਨ ਜਿਹੜਾ ਹੈ ਉਹ ਪੂਰਨ ਤੌਰ ਦੇ ਉੱਪਰ ਮੂਲ ਰੂਪ ਹੁੰਦਾ ਹੈ, ਸਬਜੈਕਟ ਦੇ ਨਾਲ ਰਿਲੇਟਡ ਹੁੰਦਾ ਹੈ। ਬਟ ਜਿਹੜਾ ਆਨਸਰ ਗਲਤ ਹੁੰਦਾ ਹੈ, ਜਵਾਬ ਗਲਤ ਹੁੰਦਾ ਹੈ, ਉਸ ਨੂੰ ਇਸ ਲਈ ਕ੍ਰੀਏਟ ਕੀਤਾ ਜਾਂਦਾ ਹੈ ਤਾਂ ਕਿ ਉਹ ਬੱਚਿਆਂ ਦਾ ਜਿਹੜਾ ਧਿਆਨ ਹਟਾ ਸਕੇ ਸਹੀ ਆਨਸਰ ਤੋਂ, ਜਿਹਦੇ ਕਾਰਨ ਕਰਕੇ ਉਹ ਗਲਤੀ ਕਰਨਗੇ ਅਤੇ ਜਦੋਂ ਉਹ ਗਲਤੀ ਕਰਨਗੇ ਤਾਂ ਉਸ ਦੇ ਨਾਲ ਉਹ ਵੱਧ ਸਿੱਖਣਗੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਕੁਐਸਚਨ ਮਲਟੀਪਲ ਚੋਇਸ ਵਾਲੇ ਹੁੰਦੇ ਨੇਗੇ, ਬਹੁਪਾਤੀ ਚੋਣ ਵਾਲੇ ਪ੍ਰਸ਼ਨ ਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਸਵਾਲ ਜਿਹੜਾ ਇੱਕ ਆਨਸਰ ਹੁੰਦਾ ਉਹ ਗਲਤ ਹੁੰਦਾ ਹੈ ਤੇ ਉਹ ਇਸ ਲਈ ਕ੍ਰੀਏਟ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਦਾ ਜਿਹੜਾ ਧਿਆਨ ਹਟਾਉਣ ਵਾਲੀ ਜਿਹੜੀ ਪ੍ਰਕਿਰਿਆ ਹੈ ਉਸ ਦੇ ਉੱਪਰ ਫੋਕਸ ਕੀਤਾ ਜਾ ਸਕੇ ਅਤੇ ਉਸਦੇ ਜਿਹੜੇ ਸਹੀ ਆਨਸਰ ਨੇ ਉਹਨਾਂ ਦੀ ਜਾਣਕਾਰੀ ਬੱਚੇ ਨੂੰ ਹੋ ਸਕੇ। ਨੈਕਸਟ ਹੈ 3 ਨੰਬਰ, ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਵਿੱਚ ਜੁੜਿਆ ਹੋਇਆ ਹੈ। ਤਾਂ ਗੱਲ ਹੈ ਕਿ ਇਹਨਾਂ ਦੇ ਵਿੱਚੋਂ ਬੇਸਿਕ ਆਈਡੀਆ ਜਿਹੜੇ ਕਿ ਇਨਕੁਆਇਰੀ ਲਰਨਿੰਗ ਇਨਵੋਲਵ ਫੋਲੋ ਐਲੀਮੈਂਟਸ ਫੋਲੋਇੰਗ ਇਨਵੋਲਵਮੈਂਟ। ਸੋ ਜਿਹੜਾ ਇਨਕੁਆਇਰੀ ਲਰਨਿੰਗ ਦੇ ਨਾਲ ਯਾਨੀ ਕਿ ਕਹਿ ਸਕਦੇ ਹੈਗੇ ਕਿ ਕੋਈ ਇਨਕੁਆਇਰੀ ਕਰਕੇ ਕੋਈ ਵੀ ਜਿਹੜਾ ਕਹਿ ਸਕਦੇ ਹਾਂ ਸਿੱਖਦਾ ਹੈ ਜਾਂ ਪੁੱਛ ਕੇ ਜਿਹੜਾ ਸਿੱਖਦਾ ਹੈ, ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਹਨਾਂ ਦੇ ਵਿੱਚੋਂ ਕਿਹੜਾ ਤੱਤ ਇਹਨਾਂ ਦੇ ਵਿੱਚ ਜੁੜਿਆ ਹੋਇਆ ਹੈ। ਸੋ ਆਪਸ਼ਨ 1 ਹੈ ਪਰਿਕਲਪਨਾ, ਨਿਸ਼ਕਰਣ ਇਕੱਠਾ ਕਰਨਾ, ਬਿਨਾਂ ਪ੍ਰਭਾਵ ਦੁਆਰਾ ਪਰਖ। दूसरी ऑप्शन है प्राप्त आंकड़े इकट्ठे करना, निष्करण इकट्ठे करना, बिना किसी प्रभाव द्वारा परख इकट्ठी करना। तीसरा है परिकल्पना निष्करण बनाना, बिना किसी प्रभाव द्वारा परख करना। चौथा है परिकल्पना आंकड़े इकट्ठे करना, निष्कर्ष बनाना ਅਤੇ असली समस्या ਵੇਖਣਾ। ਸੋ ਇਨਕੁਆਇਰੀ ਦੇ ਥਰੂ ਜਿਹੜਾ ਹੈ ਬੱਚਾ ਕਿਵੇਂ ਸਿੱਖਦਾ ਹੈ, ਸੋ ਇਹਦੇ ਵਿੱਚ ਇਹ ਚੀਜ਼ ਹੈ ਪੁੱਛ ਕੇ ਕਿਵੇਂ ਸਿੱਖਦਾ ਹੈ ਬੱਚਾ ਕਿਸੇ ਤੋਂ ਵੀ ਜੋ ਵੀ ਜਾਣਕਾਰੀ ਹੈ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਹੁੰਦਾ ਹੈ ਫਾਰਮੂਲੇਟ ਹਾਈਪੋਥੇਸਿਸ। ਸੋ ਹਾਈਪੋਥੇਸਿਸ ਜਾਣੀ ਕਿ ਪਰਿਕਲਪਨਾ ਜਿਹੜੀ ਹੈ ਉਹ ਬਣਾਈ ਜਾਂਦੀ ਹੈ। ਫਿਰ ਇਸ ਤੋਂ ਬਾਅਦ ਉਹ ਡਾਟਾ ਜਿਹੜਾ ਹੈ, ਅੰਕੜੇ ਜਿਹੜੇ ਨੇ ਉਸ ਨੂੰ ਕਲੈਕਟ ਕਰਦਾ ਹੈ, ਡਰਾ ਕਰਦਾ ਹੈ ਔਰ ਆਖਿਰ ਦੇ ਵਿੱਚ ਜਿਹੜਾ ਤੀਸਰਾ ਪੁਆਇੰਟ ਬਣਦਾ ਹੈ ਉਹ ਡਰਾ ਕਨਕਲੂਜਨ ਯਾਨੀ ਕਿ ਨਿਸ਼ਕਰਸ਼ ਜਿਹੜਾ ਹੈ ਉਹ ਬਣਾਉਂਦਾ ਹੈ ਕਿ ਸਿੱਟਾ ਜਿਹੜਾ ਹੈ ਉਹ ਕੀ ਨਿਕਲਦਾ ਹੈ ਔਰ ਆਖਿਰ ਦੇ ਵਿੱਚ ਜਿਹੜਾ ਹੈ ਉਹ ਅਸਲੀ ਸਮੱਸਿਆ ਨੂੰ ਵੇਖਦਾ ਹੈ ਜੋ ਐਕਚੁਅਲ ਦੇ ਵਿੱਚ ਉਸ ਦੇ ਬਾਰੇ ਉਹ ਜਾਣਕਾਰੀ ਕਲੈਕਟ ਕਰਨੀ ਚਾਹੁੰਦਾ ਹੈ। ਇਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਪੁੱਛ ਕੇ ਪੜ੍ਹਦਾ ਹੈ ਜਾਂ ਜਾਣਕਾਰੀ ਇਕੱਠੀ ਕਰਦਾ ਹੈ ਤਾਂ ਉਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਇਸ ਸੀਕੁਐਂਸ ਦੇ ਨਾਲ ਉਸ ਨੂੰ ਜੋੜਨਾ ਪੈਂਦਾ ਹੈ। ਹਾਈਪੋਥੇਸਿਸ, ਫਿਰ ਕਲੈਕਟ ਅੰਕੜੇ ਜਿਹੜੇ ਹੁੰਦੇ ਹੈਗੇ ਨੇਗੇ, ਇਸ ਤੋਂ ਬਾਅਦ ਕਨਕਲੂਜਨ ਕੱਢਣਾ ਪੈਂਦਾ ਹੈ, ਫਿਰ ਆਖਿਰ ਦੇ ਵਿੱਚ ਓਰੀਜਨਲ ਜਿਹੜੀ ਪ੍ਰੋਬਲਮ ਹੈ ਉਸ ਨੂੰ ਸਮਝਿਆ ਜਾਂਦਾ ਹੈ। ਨੈਕਸਟ ਹੈ 4 ਨੰਬਰ ਕੁਐਸਚਨ, ਇਸ ਸਮੇਂ ਵਿੱਚ ਜਿਹੜੀ ਅਵਸਥਾ ਹੈ ਉਹ ਸੈਕਸ ਬਾਰੇ ਦੁਬਾਰਾ ਜਗਾਉਂਦੀ ਹੈ। ਅੱਜ ਕੱਲ੍ਹ ਸੈਕਸ ਦਾ ਮਜ਼ਾ ਹੁਣ ਪਰਿਵਾਰ ਤੋਂ ਬਾਹਰ ਬਣ ਚੁੱਕਿਆ ਹੈ। ਇਹ ਅਵਸਥਾ ਫਰਾਇਡ ਦੀ ਸੈਕੁਅਲਸ ਥਿਊਰੀ ਵਿੱਚ ਕੀ ਹੈ। ਸੋ ਕਿਸ ਦੇ ਨਾਲ ਸੰਬੰਧਿਤ ਇਹਨਾਂ ਦੇ ਵਿੱਚੋਂ ਲਿੰਗਕ ਦੇ ਨਾਲ, ਗੁਦਾ ਸੰਬੰਧੀ, ਲੈਟੈਂਸੀ ਦੇ ਨਾਲ ਜਾਂ ਵਿਸ਼ਾਣੂਗਤ ਦੇ ਨਾਲ। ਸੋ ਰਾਈਟ ਆਨਸਰ ਇਸਦਾ ਹੈ ਡੀ ਆਨਸਰ। ਸੋ ਇਸ ਦੇ ਵਿੱਚ ਫਰਾਇਡ ਤੇ ਦੁਬਾਰਾ ਇੱਕ ਥਿਊਰੀ ਪੇਸ਼ ਕੀਤੀ ਗਈ ਸੀ ਜਿਸ ਨੂੰ ਸਾਈਕੋਸੈਕਸੁਅਲ ਥਿਊਰੀ ਕਿਹਾ ਜਾਂਦਾ ਹੈ। ਸੋ ਇਸ ਦੇ ਵਿੱਚ ਇਹਨਾਂ ਨੇ ਵੰਸ਼ੂਗਤ ਜਿਹੜੀ ਹੈ, ਜੈਂਟਲ ਜਿਹੜੀ ਹੈ ਉਸ ਪ੍ਰੋਬਲਮ ਦੇ ਬਾਰੇ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਜਿਹੜੇ ਸੈਕਸ ਨੇ ਉਸ ਦੇ ਬਾਰੇ ਬਾਹਰ ਤੋਂ ਜਿਹੜਾ ਹੈ ਜ਼ਿਆਦਾ ਪ੍ਰਭਾਵ ਇਫੈਕਟ ਕਰਦਾ ਉਸ ਦੇ ਉੱਪਰ। ਨੈਕਸਟ ਹੈ 5 ਨੰਬਰ, ਇਹਨਾਂ ਵਿੱਚੋਂ ਕਿਹੜਾ ਪਹਿਲਾ ਉਪਯੋਗੀ ਵਿਅਕਤੀਗਤ ਬੁੱਧੀਮੱਤਾ ਦੀ ਪਰਖ ਨੂੰ ਵਿਕਸਿਤ ਅਤੇ ਬਣਾਉਣ ਵਾਲਾ ਵਿਅਕਤੀ ਹੈ। ਸੋ ਗੱਲ ਕੀਤੀ ਗਈ ਹੈ ਇੰਡੀਵਿਜੂਅਲੀ ਟੈਸਟ ਆਫ ਦਾ ਇੰਟੈਲੀਜੈਂਸੀ ਯਾਨੀ ਕਿ ਇੰਟੈਲੀਜੈਂਸੀ ਨੂੰ ਲੈ ਕੇ ਸਭ ਤੋਂ ਪਹਿਲਾ ਟੈਸਟ ਜਿਹੜਾ ਹੈ ਉਹ ਕਿਸ ਨੇ ਬਣਾਇਆ ਸੀ, ਵਿਕਸਿਤ ਵੀ ਕੀਤਾ ਹੈ ਅਤੇ ਉਸ ਨੂੰ ਬਣਾਉਣ ਵਾਲਾ ਵੀ ਕਿਹੜਾ ਵਿਅਕਤੀ ਹੈ ਪਹਿਲਾ। ਸੋ ਰਾਈਟ ਇਸ ਦਾ ਆਨਸਰ ਬਾਇਨਟ ਸਵਿਸ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਇੰਟੈਲੀਜੈਂਸੀ ਨੂੰ ਲੈ ਕੇ ਜਿਹੜਾ ਟੈਸਟ ਹੈ ਉਹ ਕ੍ਰੀਏਟ ਕੀਤਾ ਹੈ ਇੰਡੀਵਿਜੂਅਲੀ ਰੂਪ ਦੇ ਉੱਪਰ। ਠੀਕ ਹੈ, ਸੋ ਬੁੱਧੀਮੱਤਾ ਨੂੰ ਜਿਹੜਾ ਜਾਂ ਬੁੱਧੀ ਨੂੰ ਜਾਣਨ ਦੇ ਲਈ ਜਿਹੜਾ ਹੈ ਸਭ ਤੋਂ ਪਹਿਲਾ ਟੈਸਟ ਤਿਆਰ ਕੀਤਾ ਗਿਆ ਸੀ ਬਾਇਨਟ ਦੇ ਦੁਆਰਾ। ਨੈਕਸਟ ਹੈ 6 ਨੰਬਰ, ਰੋਜ਼ਾਨਾ ਜਮਾਤ ਵਿੱਚ ਜਿੰਨੇ ਵੀ ਘੱਟ ਦੇਖਣ ਯੋਗਤਾ ਵਾਲੇ ਬੱਚੇ ਨੇ, ਜਿਨ੍ਹਾਂ ਨੂੰ ਘੱਟ ਦਿਖਾਈ ਦਿੰਦਾ ਹੈ, ਉਹਨਾਂ ਦੀ ਕੰਮ ਕਰਨ ਦੇ ਵਿੱਚ ਮਦਦ ਲਈ ਖਾਸ ਚੀਜ਼ਾਂ ਅਤੇ ਰਣਨੀਤੀਆਂ ਇਹਨਾਂ ਦੇ ਵਿੱਚੋਂ ਕੀ ਸ਼ਾਮਲ ਕਰਨਾ ਚਾਹੀਦਾ ਹੈ। ਸੋ ਕਿਹੜੀ ਚੀਜ਼ ਸ਼ਾਮਲ ਹੋਣੀ ਚਾਹੀਦੀ ਹੈ ਜਾਂ ਕਿਹੜੀ ਰਣਨੀਤੀ ਅਪਣਾਵਾਂਗੇ ਤਾਂ ਕਿ ਕਲਾਸ ਦੇ ਵਿੱਚ ਜਿਹੜੇ ਬੱਚੇ ਘੱਟ ਦੇਖਣ ਯੋਗ ਨੇ, ਜਿਹੜੇ ਨਹੀਂ ਦੇਖ ਸਕਦੇ, ਤਾਂ ਅਸੀਂ ਕੀ ਉਹਨਾਂ ਦੇ ਲਈ ਜਿਹੜਾ ਹੈ ਨਾ ਮੇਨ ਚੀਜ਼ ਕ੍ਰੀਏਟ ਕਰ ਸਕਦੇ ਹਾਂ। ਸੋ ਆਪਸ਼ਨ 1 ਹੈ ਵੱਡੇ ਪ੍ਰਿੰਟਿੰਗ ਵਾਲੀ ਟਾਈਪਿੰਗ ਮਸ਼ੀਨ, ਦੂਸਰਾ ਹੈ ਚਿੰਨ੍ਹਾਂ ਦੀ ਭਾਸ਼ਾ ਦਾ ਪ੍ਰਯੋਗ, ਤੀਸਰਾ ਹੈ ਉਂਗਲੀਆਂ ਵਾਲੇ ਅੱਖਰ ਅਤੇ ਆਪਸ਼ਨ 4 ਹੈ ਦੇਖਣ ਯੋਗ ਨੁਕਤੇ ਦਾ ਜ਼ਿਆਦਾ ਇਸਤੇਮਾਲ ਕਰੋ। ਸੋ ਗੱਲ ਕੀਤੀ ਗਈ ਹੈ ਘੱਟ ਦੇਖਣ ਵਾਲੀ, ਤਾਂ ਘੱਟ ਦੇਖਣ ਵਾਲਿਆਂ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਉਸ ਨੂੰ ਇਸ ਤਰ੍ਹਾਂ ਦੇ ਜਿਹੜੇ ਅੱਖਰ ਮਿਲਣੇ ਚਾਹੀਦੇ ਨੇ ਜਿਹਦੇ ਵਿੱਚ ਅੱਖਰ ਜਿਹੜੇ ਨੇ ਉਹ ਸਾਈਜ਼ ਜਿਹੜਾ ਹੈ ਉਹਨਾਂ ਦਾ ਜ਼ਿਆਦਾ ਹੋਣਾ ਚਾਹੀਦਾ। ਸੋ ਇਸੇ ਆਧਾਰ ਦੇ ਉੱਪਰ ਵੱਡੇ ਪ੍ਰਿੰਟ ਵਾਲੀ ਟਾਈਪਿੰਗ ਮਸ਼ੀਨ ਜਿਹੜੀ ਹੋਣੀ ਚਾਹੀਦੀ ਹੈ ਜਿਹਦੇ ਆਧਾਰ ਦੇ ਉੱਪਰ
ਅਸੀਂ ਇਹ ਗੱਲ ਕਰ ਸਕੀਏ ਕਿ ਬੱਚੇ ਨੂੰ ਵੱਡੇ ਵੱਡੇ ਅੱਖਰ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਣ ਅਤੇ ਉਹਨਾਂ ਨੂੰ ਈਜ਼ੀਲੀ ਜਿਹੜਾ ਹੈ ਉਹ ਦੇਖ ਸਕੇ। ਛੋਟੇ ਜਿਵੇਂ ਕਿ ਸਮੈਲ ਜਿਹੜੇ ਵਰਡ ਹੁੰਦੇ ਨੇ ਉਹ ਨਹੀਂ ਸਮਝ ਲੱਗਦੇ, ਸੋ ਵੱਡੇ ਹੋਣੇ ਚਾਹੀਦੇ ਨੇ, ਵੱਡੀ ਪ੍ਰਿੰਟਿੰਗ ਟਾਈਪ ਜਿਹੜੀ ਹੋਣੀ ਚਾਹੀਦੀ ਹੈ ਜਿਸ ਦੇ ਦੁਆਰਾ ਜਿਹੜਾ ਕਰ ਸਕਦੇ ਹਾਂ ਬੱਚੇ ਜਲਦੀ ਉਸਨੂੰ ਸਿੱਖ ਸਕਣ। ਨੈਕਸਟ ਹੈ, ਕਿਉਂਕਿ ਘੱਟ ਦੇਖਣ ਵਾਲੇ ਨੇ, 7 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਸਭ ਤੋਂ ਜ਼ਿਆਦਾ ਸਮਾਵੇਸ਼ੀ ਦੀ ਨੀਤੀ ਨਾਲ ਸੰਬੰਧਿਤ ਨਹੀਂ ਹੈ? ਸੋ ਆਪਸ਼ਨ 1 ਹੈ ਸੋ ਇਹਨਾਂ ਦੇ ਵਿੱਚੋਂ ਕਿਹੜਾ ਸਭ ਤੋਂ ਸਿੱਧਾ ਸਮਾਵੇਸ਼ੀ ਦੀ ਨੀਤੀ ਦੇ ਨਾਲ ਸੰਬੰਧਿਤ ਨਹੀਂ ਹੈ? ਇਹਦਾ ਰਾਈਟ ਆਂਸਰ ਹੈ ਕੁਇਟਾ ਪ੍ਰੋਟੋ, ਕਿਉਂਕਿ ਸਾਲਮੇਕਾ ਸਟੇਟਮੈਂਟ ਆਫ ਫਰੇਮਵਰਕ ਫਾਰ ਐਕਸ਼ਨ ਇਹ ਵੀ ਜੁੜਿਆ ਹੋਇਆ ਹੈ ਸਮਾਵੇਸ਼ਨ ਦੇ ਨਾਲ, ਇਨਕਲੂਸਿਵ ਐਜੂਕੇਸ਼ਨ ਦੇ ਨਾਲ ਇਹ ਜੁੜਿਆ ਹੋਇਆ ਹੈਗਾ। ਇਸ ਤੋਂ ਇਲਾਵਾ ਪਿਵੋਕਾ ਮਿਲੇਨਿਜ਼ਮ ਫਰੇਮਵਰਕ ਆਪਣਾ ਟਾਰਗੇਟ on education the second Asian and Pacific decade of disabled persons 2003-2 ਦੇ ਵਿੱਚ ਅਯੋਗ ਦੀ ਲੋਕਾਂ ਦੀ ਵਿੱਦਿਆ ਉੱਤੇ ਕੇਂਦਰ। ਸੋ ਇਹ ਵੀ ਜਿਹੜਾ ਹੈ ਇਨਕਲੂਸਿਵ ਐਜੂਕੇਸ਼ਨ ਦੇ ਨਾਲ ਹੈ, ਯਾਨੀ ਕਿ ਜਿਹੜੇ ਬੱਚੇ ਕਿਸੇ ਨਾ ਕਿਸੇ ਪੱਖੋਂ ਕਮਜ਼ੋਰ ਨੇ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਸਭ ਦੇ ਲਈ ਸਿੱਖਿਆ ਤੇ ਕਾਰਵਾਈ ਵਾਸਤੇ ਡਕੇਰ ਫਰੇਮਵਰਕ ਫਾਰ ਆਲ, ਸੋ ਇਹ ਵੀ 2000 ਦੇ ਵਿੱਚ ਕ੍ਰੀਏਟ ਕੀਤਾ ਗਿਆ ਸੀ। ਸੋ ਇਹ ਵੀ ਜਿਹੜਾ ਹੈ ਇਨਕਲੂਸਿਵ ਜਾਂ ਸਮਾਵੇਸ਼ਨ ਐਜੂਕੇਸ਼ਨ ਦੇ ਨਾਲ ਸੰਬੰਧ ਰੱਖਦਾ ਹੈ। ਨੈਕਸਟ ਹੈ 8 ਨੰਬਰ, ਡੈਸ਼ ਇਹ ਇੱਕ ਜਨਮਜਾਤ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਦੀ ਅਵਸਥਾ ਹੈ। ਸੋ ਆਪਸ਼ਨ 1 ਹੈ ਲਚੀਲਾਪਣ, ਆਪਸ਼ਨ 2 ਹੈ ਕੰਡੀਸ਼ਨਿੰਗ ਅਤੇ ਆਪਸ਼ਨ 3 ਹੈ ਪਲਟਿਆ ਹੋਇਆ ਅਤੇ ਆਪਸ਼ਨ 4 ਹੈ ਕਾਬੂ ਕਰਨ ਦਾ ਵਿਕਾਰ। ਇੱਕ ਜਨਮਜਾਤ ਹੈ, ਆਪਣੇ ਆਪ ਜਵਾਬ ਦੇਣ ਵਾਲਾ ਹੈ ਅਤੇ ਆਪਣੇ ਆਪ ਜਦੋਂ ਜਵਾਬ ਦੇਵੇਗਾ ਤਾਂ ਉਹਦੇ ਵਿੱਚ ਉਤੇਜਨਾ ਜਿਹੜੀ ਹੈ, ਸਟਿਮੂਲੇਸ਼ਨ ਜਿਹੜੀ ਹੈ ਉਹ ਕ੍ਰੀਏਟ ਹੋਵੇਗੀ, ਉਹ ਆਟੋਮੈਟਿਕਲੀ ਜਿਹੜਾ ਹੈ ਰਿਸਪੌਂਸ ਦੇਵੇਗਾ। ਸੋ ਇਹਦੇ ਲਈ ਜਿਹੜਾ ਹੈ ਲਚਕੀਲਾਪਣ ਵੀ ਇਨਕਲੂਡ ਨਹੀਂ ਹੁੰਦਾ, ਕੰਡੀਸ਼ਨਿੰਗ ਵੀ ਨਹੀਂ ਆਉਂਦੀ, ਕਿਉਂਕਿ ਜਦੋਂ ਕੰਡੀਸ਼ਨਿੰਗ ਦੀ ਗੱਲ ਹੋਊਗੀ ਤਾਂ ਉਸ ਨੂੰ ਸਿਖਾਇਆ ਜਾਊਗਾ। ਅਗਰ ਉਸਨੂੰ ਕਿਹਾ ਜਾਵੇ ਕਾਬੂ ਕਰਨ ਦਾ ਵਿਕਾਰ ਹੈ ਤਾਂ ਇਹਦੇ ਵਿੱਚ ਸੁਭਾਵਿਕ ਜਿਹੀ ਗੱਲ ਹੈ ਕਿ ਉਹ ਕਾਬੂ ਕਰਨ ਦਾ ਵਿਕਾਰ ਹੈ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਉਹ ਕਾਬੂ ਵੀ ਨਹੀਂ ਕਰ ਪਾਵੇਗਾ, ਰਿਫਲੈਕਟ ਵੀ ਨਹੀਂ ਕਰ ਪਾਵੇਗਾ। ਠੀਕ ਹੈ, ਸੋ ਇਹਨਾਂ ਦੇ ਵਿੱਚੋਂ ਸੀ ਆਂਸਰ ਜਿਹੜਾ ਰਾਈਟ ਹੈ ਪਲਟਿਆ ਹੋਇਆ ਹੈ, ਯਾਨੀ ਕਿ ਰਿਫਲੈਕਟ ਹੈ, ਰਿਫਲੈਕਸ ਕਰਦਾ ਹੈ। ਜੋ ਵੀ ਇੱਕ ਜਨਮਜਾਤ ਪ੍ਰਕਿਰਿਆ ਹੁੰਦੀ ਹੈ ਉਹਦੇ ਅਧੀਨ ਉਹ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਦੀ ਅਵਸਥਾ ਕ੍ਰੀਏਟ ਹੁੰਦੀ ਹੈ, ਯਾਨੀ ਕਿ ਕੁਝ ਸਿੱਖਦਾ ਹੈ, ਸਿੱਖਣ ਤੋਂ ਬਾਅਦ ਉਹ ਆਟੋਮੈਟਿਕਲੀ ਹੀ ਜਿਹੜਾ ਹੈ ਉਸ ਦਾ ਰਿਸਪੌਂਸ ਵੀ ਦਿੰਦਾ ਹੈਗਾ। ਓਕੇ, ਨੈਕਸਟ ਹੈ 9 ਨੰਬਰ, ਅਨੁਕੂਲਨ, ਬਹੁਤ ਛੋਟੇ ਬੱਚੇ ਇਸ ਹਿਸਾਬ ਨਾਲ ਵਰਤਾਓ ਅਤੇ ਚੱਲਣਾ ਵਾਤਾਵਰਣ 'ਚ ਸਿੱਖਦੇ ਹਨ ਅਤੇ ਇੱਕ ਉਤੇਜਨਾ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ ਉਹ ਇਸ ਸੰਭਾਵਨਾ ਨੂੰ ਬਦਲ ਦਿੰਦੀ ਹੈ ਕਿ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਹੋਵੇਗਾ। ਧਿਆਨ ਰੱਖਣਾ ਕਿ ਅਨੁਕੂਲਨ ਜਿਹੜਾ ਹੈ, ਕੰਡੀਸ਼ਨਿੰਗ ਜਿਹੜੀ ਹੈ ਇੱਕ ਪ੍ਰਕਿਰਿਆ ਹੈ ਜਿਹਦੇ ਵਿੱਚ ਬਹੁਤ ਛੋਟੇ ਬੱਚੇ ਇਸ ਹਿਸਾਬ ਦੇ ਨਾਲ ਵਰਤਾਓ ਕਰਦੇ ਹੈਗੇ ਨੇਗੇ, ਆਪਰੇਟ ਕਰਦੇ ਹੈਗੇ ਨੇ ਅਤੇ ਚੱਲਦੇ ਹੈਗੇ ਨੇ ਅਤੇ ਵਾਤਾਵਰਣ ਦੇ ਵਿੱਚੋਂ ਸਿੱਖਦੇ ਹੈਗੇ ਨੇ ਜੋ ਵੀ ਉਹਨਾਂ ਨੂੰ ਕੰਡੀਸ਼ਨਿੰਗ ਦੇ ਥਰੂ ਸਿਖਾਇਆ ਜਾਂਦਾ ਹੈ। ਅਤੇ ਇੱਕ ਉਤੇਜਨਾ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ, ਕੋਈ ਵੀ ਹੈ, ਠੀਕ ਹੈ, ਸਟਿਮੂਲਸ ਹੈ ਜਿਹੜੀ ਉਸ ਦਾ ਪਿੱਛਾ ਕਰਦੀ ਹੈ, ਉਹ ਇਸ ਦੀ ਸੰਭਾਵਨਾ ਨੂੰ ਬਦਲ ਦਿੰਦੀ ਹੈ, ਯਾਨੀ ਕਿ ਉਸਨੂੰ ਸਿੱਖਣ ਦੀ ਜਿਹੜੀ ਸੰਭਾਵਨਾ ਹੈ, ਕੰਡੀਸ਼ਨਿੰਗ ਜਿਹੜੀ ਹੈ ਉਸ ਨੂੰ ਬਦਲ ਦਿੰਦੀ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਿ ਉਹ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਕਰ ਪਾਏਗਾ ਜਾਂ ਨਹੀਂ। ਸੋ ਇਹ ਕਿਸ ਦੇ ਅਧੀਨ ਆਉਂਦਾ ਹੈ? ਸੋ ਆਪਸ਼ਨ 1 ਹੈ ਸੁਫਰਤੀ ਕਿਰਿਆਸ਼ੀਲਤੀ ਜਿਹਨੂੰ ਫਰੇਂਟ ਕਿਹਾ ਜਾਂਦਾ ਹੈ, ਦੂਸਰਾ ਹੈ ਕਲਾਸੀਕਲ, ਤੀਸਰਾ ਹੈ ਰੋਕ ਕੇ ਰੱਖਣਾ ਅਤੇ ਚੌਥਾ ਹੈ ਸਜ਼ਾ, ਕਿ ਉਹ ਦੁਬਾਰਾ ਕਰੇਗਾ ਜਾਂ ਨਹੀਂ। ਓਕੇ, ਸੋ ਰਾਈਟ ਆਂਸਰ ਦਾ ਹੈ ਇਹ ਆਪਸ਼ਨ, ਕਿਰਿਆਸ਼ੀਲਤਾ ਜਾਂ ਆਪਰੇਂਟ ਜਿਹੜਾ ਹੈ ਉਹ ਦੁਬਾਰਾ ਹੋਵੇਗੀ ਇਸ ਦੇ ਵਿੱਚ, ਕਿਉਂਕਿ ਕਿਰਿਆ ਹੀ ਇੱਕ ਇਸ ਤਰ੍ਹਾਂ ਦੀ ਹੈ ਇਹਦੇ ਵਿੱਚ, ਕਿਉਂਕਿ ਪਰੰਪਰਾਕ ਜਿਹੜਾ ਹੈ ਉਹ ਵੀ ਇੱਕ ਨਾ ਇੱਕ ਦਿਨ ਜਿਹੜਾ ਖਤਮ ਹੋ ਜਾਊਗਾ ਜਦੋਂ ਉਸਨੂੰ ਨੌਲੇਜ ਹੋਊਗੀ। ਰੋਕ ਕੇ ਰੱਖਣਾ ਇਹ ਵੀ ਪੋਸੀਬਲ ਨਹੀਂ ਹੈ, ਸਜ਼ਾ ਦੇ ਦੁਆਰਾ ਵੀ ਉਹ ਦੁਬਾਰਾ ਨਹੀਂ ਕਰੂਗਾ, ਕਿਉਂਕਿ ਜਦੋਂ ਸਜ਼ਾ ਹੀ ਮਿਲ ਗਈ ਤਾਂ ਸੁਭਾਵਿਕ ਦੀ ਗੱਲ ਹੈ ਕਿ ਉਹ ਦੁਬਾਰਾ ਉਹ ਕੰਮ ਨਹੀਂ ਕਰੂਗਾ। ਬਟ ਕਿਰਿਆਸ਼ੀਲਤਾ ਜਿਹੜੀ ਹੈ, ਜਿਹੜਾ ਉਸਦਾ ਪਿੱਛਾ ਕਰ ਰਹੀ ਹੈਗੀ ਆ ਆਪਰੇਂਟ ਜਿਹੜਾ ਹੈ ਉਹ ਆਟੋਮੈਟਿਕਲੀ ਉਸ ਤੋਂ ਦੁਬਾਰਾ ਤੋਂ ਉਹੀ ਬਿਹੇਵ ਕਰਵਾਊਗਾ ਜਦੋਂ ਉਸਨੂੰ ਕੰਡੀਸ਼ਨਿੰਗ ਦੇ ਰਾਹੀਂ ਅਨੁਕੂਲਨ ਦੇ ਦੁਆਰਾ ਉਹ ਸਿਖਾਇਆ ਜਾਊਗਾ। ਨੈਕਸਟ ਹੈ 10 ਨੰਬਰ, ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੋ ਪਿਆਜੇ ਦੇ ਸਿੱਖਣ ਦੇ ਸਿਧਾਂਤਾਂ ਦੇ ਫਾਰਮਲ ਆਪਰੇਸ਼ਨ ਦੇ ਦੋ ਮਹੱਤਵਪੂਰਨ ਚਿੰਨ੍ਹ ਹਨ? ਸੋ ਰਾਈਟ ਇਸ ਦਾ ਆਂਸਰ ਇਹ ਆਪਸ਼ਨ। ਸੋ ਹਾਈਪੋਥੈਟਿਕ, ਡਿਫੈਕਟਿਵ ਰੀਜ਼ਨਿੰਗ ਐਂਡ ਪ੍ਰੋਜੈਕਸ਼ਨਲਸ ਵਿਚਾਰ ਜਿਹੜੇ ਹੈਗੇ ਨੇਗੇ ਉਹ ਇਸ ਦੇ ਨਾਲ ਸੰਬੰਧਿਤ ਨੇ। ਹਾਈਪੋਥੈਟਿਕਸ, ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਜ਼ੀਸ਼ਨਲ ਥਾਟਸ ਇਹ ਸੰਬੰਧਿਤ ਹੈਗੇ ਨੇ ਪਿਆਜੇ ਦੇ ਫਾਰਮਲ ਆਪਰੇਸ਼ਨ ਦੇ ਨਾਲ ਸੰਬੰਧਿਤ, ਜੋ ਕਿ ਕੋਗਨੀਟਿਵ ਥਿਊਰੀ ਹੈ ਉਸ ਦੇ ਵਿੱਚ ਐਡ ਸੀਗੇ। ਨੈਕਸਟ ਹੈ 11 ਨੰਬਰ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਖਿਕ ਜਾਣਕਾਰੀ ਸਿੱਖਣ ਦਾ ਤਰੀਕਾ ਨਹੀਂ ਹੈ? ਆਪਸ਼ਨ 1 ਹੈ ਬਾਹਰੀ ਲਾਈਨ ਜਾਂ ਰੇਖਾਕਰਨ ਦੁਆਰਾ ਧਿਆਨ ਕੇਂਦਰਿਤ,
ਆਪਸ਼ਨ 2 ਹੈ ਵਿਆਕਰਨ ਅਤੇ ਕਹਾਣੀ ਦੁਆਰਾ ਯੋਜਨਾ ਬਣਾਉਣ, ਅਤੇ ਆਪਸ਼ਨ 3 ਹੈ ਆਪਣੀ ਕਲਪਨਾ ਕਰਕੇ ਵਿਚਾਰਾਂ ਦਾ ਵਿਸਤਾਰ ਕਰਨਾ, ਅਤੇ ਆਪਸ਼ਨ 4 ਹੈ ਨਮੂਨੇ ਨੂੰ ਪਰਿਕਲਪਨਾ ਦੇ ਨਾਲ ਢਾਂਚਾ ਸਿੱਖਣਾ, ਪੈਟਰਨ ਸਿੱਖਣਾ। ਇਸਦੀ ਗੱਲ ਕੀਤੀ ਗਈ ਹੈ ਮੌਖਿਕ ਜਾਣਕਾਰੀ ਦੀ, ਕਿ ਮੌਖਿਕ ਜਾਣਕਾਰੀ ਜਿਹੜੀ ਹੈ ਉਸਨੂੰ ਸਿੱਖਣ ਦਾ ਤਰੀਕਾ ਕਿਹੜਾ ਨਹੀਂ ਹੈਗਾ ਗਾ। ਓਕੇ, ਤੇ ਇੱਥੇ ਰਾਈਟ ਆਂਸਰ ਦੇਖਦੇ ਹਾਂ ਕਿਹੜਾ ਬਣਦਾ ਹੈ। ਸੋ ਅਗਰ ਅਸੀਂ ਗੱਲ ਕਰੀਏ ਕਿ ਮੌਖਿਕ ਦੀ, ਕਿ ਬੋਲ ਕੇ ਸਿੱਖਣ ਦੀ, ਤਾਂ ਬਾਹਰੀ ਲਾਈਨ ਜਿਹੜੀ ਹੈ ਜਾਂ ਰੇਖਾ ਲਾਈਨ ਹੈ ਜਿਹਨੂੰ ਅੰਡਰਲਾਈਨ ਕੀਤਾ ਹੈ ਉਹਦੇ ਪਰ ਧਿਆਨ ਕੇਂਦਰਿਤ ਕਰਕੇ ਅਸੀਂ ਬੱਚੇ ਨੂੰ ਵੱਧ ਤੋਂ ਵੱਧ ਸਿਖਾ ਸਕਦੇ ਹਾਂ, ਜਿਹਦੇ ਵਿੱਚ ਉਹ ਮੋਰਲ ਜਿਹੜਾ ਹੈ ਬੋਲ ਸਕਦਾ ਹੈ, ਵਰਬਲ ਜਿਹੜੀ ਇਨਫੋਰਮੇਸ਼ਨ ਆ ਉਹ ਹਾਸਲ ਕਰ ਸਕਦਾ ਹੈ। ਦੂਸਰਾ ਹੈ ਵਿਆਕਰਨ ਅਤੇ ਕਹਾਣੀ ਦੁਆਰਾ। ਸੋ ਇਸ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਵੀ ਕੋਈ ਕਹਾਣੀ ਸੁਣੇਗਾ ਉਹ ਕਿਸੇ ਕੋਲੋਂ ਜਾਂ ਵਿਆਕਰਨ ਸਮਝੇਗਾ ਤਾਂ ਮੌਖਿਕ ਜਾਣਕਾਰੀ ਆਟੋਮੈਟਿਕਲੀ ਉਸ ਕੋਲੇ ਆ ਜਾਣੀ ਹੈ, ਕਿਉਂਕਿ ਉਹ ਬੋਲ ਕੇ ਹੀ ਜ਼ਿਆਦਾਤਰ ਉਹਨੂੰ ਸੁਣਾਈ ਜਾਊਗੀ। ਤੀਸਰਾ ਪੁਆਇੰਟ ਹੈ ਆਪਣੀ ਕਲਪਨਾ ਕਰਕੇ ਵਿਚਾਰਾਂ ਦਾ ਵਿਸਤਾਰ ਕਰਨਾ। ਉਹ ਆਪਣੀ ਤਰ੍ਹਾਂ ਦੀ ਜਿਹੜੀ ਕਲਪਨਾ ਵੀ ਕਰ ਸਕਦਾ ਹੈ, ਕੋਈ ਵੀ ਚੀਜ਼ ਸੋਚ ਸਕਦਾ ਹੈ ਅਤੇ ਉਸ ਬਾਰੇ ਸੋਚ ਕੇ ਉਹ ਜਾਣਕਾਰੀ ਆਪਣੇ ਮਾਈਂਡ ਦੇ ਵਿੱਚ ਮੌਖਿਕ ਰੂਪ ਦੇ ਵਿੱਚ ਜਿਹੜਾ ਬੋਲ ਵੀ ਸਕਦਾ ਹੈ। ਬਟ ਡੀ ਆਂਸਰ ਜਿਹੜਾ ਹੈ ਨਮੂਨੇ ਨੂੰ ਜਾਂ ਢਾਂਚੇ ਨੂੰ ਪਰਿਕਲਪਨਾ ਦੇ ਨਾਲ ਢਾਂਚਾ ਸਿੱਖਣਾ ਪੁੱਛਿਆ ਗਿਆ ਹੈ। ਦੱਸਿਆ ਗਿਆ ਹੈ ਕਿ ਕੋਈ ਢਾਂਚਾ ਹੈ ਉਹਦੀ ਪਰਿਕਲਪਨਾ ਕੀਤੀ ਅਤੇ ਉਸੇ ਨੂੰ ਢਾਂਚੇ ਦੇ ਵਿੱਚ ਤਬਦੀਲ ਕਰਨਾ ਜਾਂ ਉਸ ਢਾਂਚੇ ਨੂੰ ਸਿੱਖਣਾ, ਇਹ ਕਿਸੇ ਤਰ੍ਹਾਂ ਦੇ ਵੀ ਸਿੱਖਣ ਦੇ ਲਈ ਇੰਪੋਰਟੈਂਟ ਨਹੀਂ ਹੈ, ਕਿਉਂਕਿ ਮੌਖਿਕ ਜਾਣਕਾਰੀ ਦੇ ਸਾਨੂੰ ਬੋਲਣ ਦੀ ਜ਼ਰੂਰਤ ਹੈ, ਨਾ ਕਿ ਕਿਸੇ ਢਾਂਚੇ ਦੀ ਜ਼ਰੂਰਤ ਹੈ। ਠੀਕ ਹੈ, ਤੇ ਇੱਥੇ ਇਹਨਾਂ ਨੇ ਡੀ ਆਪਸ਼ਨ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਢਾਂਚੇ ਨੂੰ ਪਰਿਕਲਪਨਾ ਦੇ ਨਾਲ ਢਾਂਚਾ ਦੇਣਾ ਇਹ ਪੋਸੀਬਲ ਨਹੀਂ ਹੈ ਮੌਖਿਕ ਲੈਂਗੁਏਜ ਦੇ ਵਿੱਚ ਜਾਂ ਮੌਖਿਕ ਜਾਣਕਾਰੀ ਦੇ ਵਿੱਚ। ਓਕੇ, ਤਾਂ ਡੀ ਆਂਸਰ ਇੱਥੇ ਰਾਈਟ ਹੈ। ਨੈਕਸਟ ਹੈ 12 ਨੰਬਰ, ਡੈਸ਼ ਇਹ ਸਧਾਰਨ ਤੌਰ ਤੇ ਰਚਨਾਤਮਕ ਨਾਲ ਸੰਬੰਧਿਤ ਨਹੀਂ ਹੈ, ਕੰਸਟਰਕਟਿਵਿਜ਼ਮ ਦੇ ਨਾਲ ਸੰਬੰਧਿਤ ਨਹੀਂ ਹੈ। ਸੋ ਆਪਸ਼ਨ 1 ਹੈ ਵੈਗੋਸਕੀ ਦਾ ਸਿਧਾਂਤ, ਆਪਸ਼ਨ 2 ਹੈ ਪਰੰਪਰਾਗਤ ਅਵਸਥਾ, ਆਪਸ਼ਨ 3 ਹੈ ਸੰਤੁਲਨ, ਅਤੇ ਆਪਸ਼ਨ 4 ਹੈ ਸਵੈ ਜਾਗ੍ਰਿਤੀ। ਸੋ ਰਾਈਟ ਆਂਸਰ ਇਸਦਾ ਹੈ ਇਹ ਡੈਸ਼ ਸਧਾਰਨ ਤੌਰ ਤੇ ਕੰਸਟਰਕਟਿਵਿਜ਼ਮ ਨਾਲ ਸੰਬੰਧਿਤ ਨਹੀਂ ਹੈ। ਸੋ ਰਾਈਟ ਆਂਸਰ ਇਸਦਾ ਹੈ ਬੀ, ਕਿਉਂਕਿ ਵੈਗੋਸਕੀ ਦਾ ਸਿਧਾਂਤ ਵੀ ਜਿਹੜਾ ਹੈ ਕੰਸਟਰਕਟਿਵਿਜ਼ਮ ਦੇ ਨਾਲ ਸੰਬੰਧਿਤ ਹੈ, ਇਕੁਇਲਿਬਰਿਅਮ ਇਸ ਦੇ ਵਿੱਚ ਆਉਂਦਾ ਹੈ, ਅਤੇ ਸੈਲਫ ਅਵੇਅਰਨੈਸ ਵੀ ਜਿਹੜਾ ਹੈ ਉਹ ਇਸ ਦੇ ਵਿੱਚ ਆਉਂਦਾ ਹੈ, ਬਟ ਕਲਾਸੀਕਲ ਕੰਡੀਸ਼ਨਿੰਗ ਜਿਹੜੀ ਹੈ ਉਹ ਇਸ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਗਿਆਨ ਦੇ ਨਾਲ ਸੰਬੰਧਿਤ ਹੈ। ਨੈਕਸਟ ਹੈ ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਹੈ। ਆਪਸ਼ਨ 1 ਹੈ ਸੰਬੰਧਿਤ ਸੰਵਾਦ, ਆਪਸ਼ਨ 2 ਹੈ ਭਾਸ਼ਾਈ ਪੰਜੀਕਰਨ, ਆਪਸ਼ਨ 3 ਹੈ ਦੋ ਭਾਸ਼ਾਈ, ਅਤੇ ਆਪਸ਼ਨ 4 ਹੈ ਬਹੁਭਾਸ਼ੀ ਜਾਗ੍ਰਿਤੀ। ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ, ਸੋ ਐਬਿਲਿਟੀ ਟੂ ਥਿੰਕ ਅਬਾਊਟ ਲੈਂਗੁਏਜ ਐਜ ਏ ਸਿਸਟਮ। ਸੋ ਇਸ ਦਾ ਰਾਈਟ ਆਂਸਰ ਹੈ ਡੀ ਆਪਸ਼ਨ। ਸੋ ਬਹੁਭਾਸ਼ਾਈ ਜਿਹੜੀ ਹੈ ਜਾਗ੍ਰਿਤੀ ਹੈ, ਸੋ ਇਹ ਸੰਬੰਧਿਤ ਹੈ ਭਾਸ਼ਾ ਬਾਰੇ ਸੋਚਣ ਦੀ ਕਾਬਲੀਅਤ। ਸੋ ਇਹ ਸਾਨੂੰ ਕਹਿ ਸਕਦੇ ਹਾਂ ਨਾ ਭਾਸ਼ਾ ਦੇ ਸਿੱਖਣ ਦੇ ਵਿੱਚ ਮਦਦ ਕਰਦੀ ਹੈ ਕਿ ਲੈਂਗੁਏਜ ਜਿਹੜੀ ਹੈ ਨਾ ਕਿਵੇਂ ਅਸੀਂ ਸਿੱਖਾਂਗੇ। ਬਹੁਤ ਸਾਰੀਆਂ ਭਾਸ਼ਾਵਾਂ ਬਹੁਤ ਸਾਰੇ ਇਕੱਠੇ ਇੱਕ ਲੋਕ ਵੀ ਬੋਲ ਸਕਦੇ ਹੈਗੇ ਨੇ ਨਾ, ਬਹੁਤ ਸਾਰੇ ਇੱਕੋ ਹੀ ਭਾਸ਼ਾ ਬੋਲਦੇ ਹੈਗੇ ਨੇ, ਇਹ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੇ এনवायरमेंट ਦੇ ਵਿੱਚ ਰਹਿੰਦਾ ਹੈ। ਨੈਕਸਟ ਹੈ 14 ਨੰਬਰ, ਮਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ ਤੇ ਦੇਖਣ ਦੀ ਯੋਗਤਾ ਦਾ ਵਿਕਾਸ ਵੱਧ ਸਕਦਾ ਹੈ, ਇਸ ਲਈ ਉਹ ਧਿਆਨ ਕੇਂਦਰਿਤ ਕਰਨ। ਪੁੱਛਿਆ ਗਿਆ ਹੈ ਕਿ ਮਹਾਰਤ ਪ੍ਰਾਪਤ ਵਿਦਿਆਰਥੀ ਜਿਹੜੇ ਆ ਉਹ ਨੈਤਿਕ ਉਪਲਬਧੀ ਅਤੇ ਦੇਖਣ ਦੀ ਯੋਗਤਾ ਦਾ ਵਿਕਾਸ ਉਸ ਦੇ ਵਿੱਚ ਵੱਧ ਸਕਦਾ ਹੈ, ਇਸ ਲਈ ਉਹ ਕਿਸ ਚੀਜ਼ ਦੇ ਉੱਪਰ ਧਿਆਨ ਕੇਂਦਰਿਤ ਕਰਨ। ਸੋ ਆਪਸ਼ਨ 1 ਹੈ ਉਹ ਉਹਨਾਂ ਤੋਂ ਉਮੀਦ ਜਿਨ੍ਹਾਂ ਦਾ ਕੋਈ ਉਦੇਸ਼ ਨਹੀਂ, ਆਪਸ਼ਨ 2 ਹੈ ਆਪਣੀ ਮੁਹਾਰਤ ਦਾ ਉਦੇਸ਼ ਆਪਣੇ ਗੁਣਾਂ ਤੇ ਯੋਗਤਾਵਾਂ ਨਾਲ ਵਧਾਉਣਾ, ਆਪਸ਼ਨ 3 ਹੈ ਆਪਣੀ ਯੋਗਤਾ ਦੀ ਕਮੀ ਨੂੰ ਅਸਫਲਤਾ ਮੰਨਣਾ, ਅਤੇ ਆਪਸ਼ਨ 4 ਹੈ ਮੁਹਾਰਤ ਉਦੇਸ਼ ਵੱਲ ਵਧਦੇ ਹੋਏ ਅਸਫਲਤਾ ਨੂੰ ਨਜ਼ਰ ਅੰਦਾਜ਼ ਕਰਨਾ। ਤਾਂ ਗੱਲ ਕੀਤੀ ਗਈ ਹੈ ਕਿ ਅਸੀਂ ਯੋਗਤਾ ਦਾ ਵਿਕਾਸ ਕਿਵੇਂ ਕਰ ਸਕਦੇ ਹਾਂ, ਤੇ ਇਹਦੇ ਵਿੱਚ ਹੈ ਕਿ ਉਹ ਉਹਨਾਂ ਤੋਂ ਉਮੀਦ ਕਰੇ ਜਿਨ੍ਹਾਂ ਦਾ ਕੋਈ ਉਦੇਸ਼ ਨਹੀਂ, ਤੇ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹਨੂੰ ਆਪਣੇ ਉਦੇਸ਼ਾਂ ਦਾ ਨਹੀਂ ਪਤਾ ਉਹ ਦੂਸਰੇ ਨੂੰ ਵੀ ਕਿਸੇ ਤਰ੍ਹਾਂ ਦੀ ਗਾਈਡ ਨਹੀਂ ਕਰ ਸਕਦਾ। ਆਪਣੀ ਯੋਗਤਾ ਦੇ ਵਿੱਚ ਕਮੀ ਜਿਹੜੀ ਹੈ ਉਸ ਨੂੰ ਅਸਫਲਤਾ ਮੰਨ ਲੈਣਾ ਇਹ ਵੀ ਕਾਫੀ ਨਹੀਂ ਹੈ, ਕਿਉਂਕਿ ਜੇਕਰ ਕਮੀ ਹੈ ਤਾਂ ਅਸਫਲਤਾ ਵੀ ਉਸ ਦੇ ਵਿੱਚ ਆਟੋਮੈਟਿਕਲੀ ਹੋਵੇਗੀ। ਇਸ ਤੋਂ ਇਲਾਵਾ ਮੁਹਾਰਤ ਉਦੇਸ਼ ਵੱਲ ਵਧਦੇ ਹੋਏ ਅਸਫਲਤਾਵਾਂ ਨੂੰ ਨਜ਼ਰ ਅੰਦਾਜ਼ ਕਰਨਾ, ਸੋ ਇਹ ਵੀ ਗਲਤ ਹੈ, ਕਿਉਂਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਉਸ ਤੋਂ ਸਿੱਖਿਆ ਜਾ ਸਕਦਾ ਹੈ। ਬਟ ਇੱਥੇ ਯੋਗਤਾ ਦੇ ਵਿੱਚ ਵਾਧਾ ਕਰਨ ਦੇ ਲਈ, ਵਿਕਾਸ ਕਰਨ ਦੇ ਲਈ ਸਾਨੂੰ ਆਪਣੀ ਮੁਹਾਰਤ ਦੇ ਉਦੇਸ਼ ਆਪਣੇ ਗੁਣਾਂ ਅਤੇ ਯੋਗਤਾਵਾਂ ਦੇ ਨਾਲ ਵਧਾਉਣਾ ਪਊਗਾ। ਠੀਕ ਹੈ, ਯਾਨੀ ਕਿ ਸਾਡਾ ਜਿਹੜਾ ਐਕਸਪੀਰੀਅੰਸ ਹੋਊਗਾ ਉਹ ਸਾਡੇ ਉਦੇਸ਼ਾਂ ਦੇ ਵਿੱਚ ਕਿਵੇਂ ਵਾਧਾ ਕਰ ਸਕਦੇ ਨੇ, ਸਾਡੇ ਵਿੱਚ ਜਿਹੜੇ ਗੁਣ ਨੇ, ਜਿਹੜੀਆਂ ਯੋਗਤਾਵਾਂ ਨੇ, ਉਹਦੀ ਮਦਦ ਦੇ ਨਾਲ ਅਸੀਂ ਹੋਰ ਜ਼ਿਆਦਾ ਇੰਪਰੂਵ ਹੋ ਸਕਦੇ ਹਾਂ, ਹੋਰ ਜ਼ਿਆਦਾ ਜਿਹੜਾ ਸਿੱਖ ਸਕਦੇ ਹੈਗੇ ਆ। ਓਕੇ, ਸੋ ਇਸ ਕਰਕੇ ਬੀ ਆਂਸਰ ਰਾਈਟ ਰਹੂਗਾ। ਨੈਕਸਟ ਹੈ 15 ਨੰਬਰ, ਟੋਰੇਸ ਦੇ ਅਨੁਸਾਰ ਜਦ ਅਸੀਂ ਕਿਸੇ ਸਿਰਜਣਾਤਮਕ ਦੀ ਜਾਂਚ ਕਰਦੇ ਹਾਂ ਤਾਂ ਆਨੇ ਗ੍ਰਾਫਿਕਸ ਟੈਸਟ ਯੂਜ਼ਡ ਟੂ ਅਸੈਸ ਕ੍ਰੀਏਟੀਵਿਟੀ ਅਮੰਗ ਇੰਡੀਵਿਜੂਅਲੀ। ਤੁਸੀਂ ਇਹਨਾਂ ਨੂੰ ਅੱਧੇ ਗੋਲੇ ਦਿਓ ਤੇ ਕਹੋ
30 ਵੱਖਰੇ ਚਿੱਤਰ ਬਣਾਓ ਜਿਹੜੇ ਦੂਜੇ ਕੰਮ ਵਿੱਚ ਕਹੋ ਕਿ ਤੁਸੀਂ ਖਿਡੌਣੇ ਬਣਾਓ ਜਿਨ੍ਹਾਂ ਨਾਲ ਖੁਸ਼ੀ ਨਾਲ ਖੇਡੋ ਅਤੇ ਇਹਨਾਂ ਬਾਰੇ ਕੰਮਾਂ ਦਾ ਜਵਾਬ ਅੰਕਿਤ ਕਰ ਸਕਦੇ ਹਾਂ। 3 ਵੱਖਰੀ ਸੋਚ ਦੇ ਪਹਿਲੂਆਂ ਹਨ ਜੋ ਕਿ ਵੱਖਰੇ ਵੱਖਰੇ ਹਨ। While assessing creativity of individually according to Torrance on a graphic test used to assess creativity among individually and individually among might be given 30 semicircle and asked to create 13 different drawings, and another task one may be asked to make a toy more fun to play with. Response to all these tasks would be scored for 3 accepts of divergent thinking and which are। ਸੋ ਗੱਲ ਕੀਤੀ ਗਈ ਹੈ ਕਿ ਜੇਕਰ ਅਸੀਂ ਚੈੱਕ ਕਰਨਾ ਚਾਹੁੰਦੇ ਹਾਂ ਕਿਸੇ ਬੱਚੇ ਦੀ ਕ੍ਰੀਏਟੀਵਿਟੀ, ਉਸ ਨੂੰ ਗ੍ਰਾਫਿਕ ਦੇ ਟੈਸਟ ਦੇ ਥਰੂ ਅਸੀਂ ਯੂਜ਼ ਕਰਾਂਗੇ। ਸੋ ਕੀ ਕਰਾਂਗੇ ਕਿ ਇੱਕ ਤਾਂ ਅਸੀਂ ਉਹਨਾਂ ਨੂੰ ਅੱਧੇ ਗੋਲੇ ਜਿਹੜੇ ਹੈ ਉਹ ਦੇ ਦੇਵਾਂਗੇ ਜਿਹੜੇ ਕਿ 30 ਹੋਣਗੇ, ਠੀਕ ਹੈ, ਅੱਧੇ ਗੋਲੇ ਵਾਲੇ 30 ਗੋਲੇ ਦੇਵਾਂਗੇ ਅਤੇ ਉਸ ਦੇ ਲਈ ਅਸੀਂ ਵੱਖਰੇ ਵੱਖਰੇ ਚਿੱਤਰ ਬਣਾਉਣ ਦੇ ਲਈ ਕਹਾਂਗੇ ਉਹਨਾਂ 30 ਗੋਲਿਆਂ ਤੋਂ। ਇਸ ਤੋਂ ਇਲਾਵਾ ਅਸੀਂ ਦੂਜਾ ਕੰਮ ਇਹ ਦੇਵਾਂਗੇ ਜਾਂ ਦੂਜਾ ਟਾਸਕ ਇਹ ਦੇਵਾਂਗੇ ਕਿ ਬੱਚੇ ਨੇ ਜਿਹੜੇ ਉਹ ਆਪਣੇ ਕੰਮ ਦੇ ਵਿੱਚ ਜਾਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਖਿਡੌਣਾ ਬਣਾਉਣ ਜਿਸ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲੇ ਉਸ ਦੇ ਨਾਲ ਖੇਡਣ ਤੇ। ਸੋ ਇਹ 2 ਕੰਮ ਦੇਵਾਂਗੇ। ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਇਹ ਕੰਮ ਉਹਨਾਂ ਨੂੰ ਦੇਵਾਂਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ 3 ਤਰ੍ਹਾਂ ਦੀ ਵੱਖਰੀ ਸੋਚ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ। ਸੋ ਕਿਹੜੀ ਸੋਚ ਹੋਵੇਗੀ? ਸੋ ਇਸ ਬਾਰੇ ਆਪਸ਼ਨ 1 ਹੈ ਅਸਲੀਅਤ ਤੇ ਰਫਤਾਰ ਤੇ ਲਚੀਲਾਪਨ, ਆਪਸ਼ਨ 2 ਹੈ ਅਸਲੀਅਤ, ਲਚੀਲਾਪਨ ਤੇ ਵੱਖਰਾਪਨ, ਆਪਸ਼ਨ 3 ਹੈ ਰਫਤਾਰ, ਵੱਖਰਾਪਨ ਤੇ ਇਕਾਗਰਤਾ ਅਤੇ ਆਪਸ਼ਨ 4 ਹੈ ਵੱਖਰਾਪਨ, ਲਚੀਲਾਪਨ ਤੇ ਇਕਾਗਰਤਾ। ਰਾਈਟ ਆਨਸਰ ਇਸਦਾ ਹੈ ਏ ਆਪਸ਼ਨ। ਸੋ ਜਦੋਂ ਉਹ 30 ਗੋਲਿਆਂ ਨੂੰ ਬਣਾਉਣਗੇ, ਠੀਕ ਹੈ, ਵੱਖਰੇ ਵੱਖਰੇ ਚਿੱਤਰ ਬਣਾਉਣਗੇ, ਇਸ ਤੋਂ ਇਲਾਵਾ ਜਦੋਂ ਕੋਈ ਚੀਜ਼ ਬਣਾਉਣਗੇ ਜਿਸ ਦੇ ਨਾਲ ਖੇਡਣ ਤੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤਾਂ ਉਹਦੇ ਨਾਲ ਉਸਦੀ ਅਸਲੀਅਤ ਆ ਜਿਹੜੀ ਹੈ ਉਹਨੂੰ ਪਤਾ ਲੱਗੂਗਾ ਕਿ ਐਕਚੁਅਲ ਦੇ ਵਿੱਚ ਉਸ ਕੋਲੇ ਕੀ ਚੀਜ਼ ਹੈ। ਓਕੇ, ਇਸ ਤੋਂ ਇਲਾਵਾ ਉਹਨਾਂ ਦੇ ਦੁਆਰਾ ਜਿਹੜੇ ਚਿੱਤਰ ਬਣਾਏ ਜਾ ਰਹੇ ਹੈਗੇ ਨੇ ਜਾਂ ਜੋ ਵੀ ਖੇਡ ਕੀਤੀ ਜਾਂਦੀ ਹੈ ਉਸਦੀ ਰਫਤਾਰ ਕਿੰਨੀ ਹੈ ਇਸ ਨੂੰ ਵੀ ਸਮਝਿਆ ਜਾ ਸਕਦਾ ਹੈ, ਫਲੂਐਂਸੀ ਕਿੰਨੀ ਹੈ ਇਸ ਨੂੰ ਵੀ ਸਮਝਿਆ ਜਾ ਸਕਦਾ ਹੈ। ਔਰ ਤੀਸਰਾ ਇਸ ਦੇ ਵਿੱਚ ਹੋਊਗਾ ਕਿ ਉਸ ਦੇ ਵਿੱਚ ਲਚੀਲਾਪਣ ਕਿੰਨਾ ਹੈ, ਕਿਉਂਕਿ 2 ਚੀਜ਼ਾਂ ਦਿੱਤੀਆਂ ਗਈਆਂ ਨੇ, 2 ਟਾਸਕ ਦਿੱਤੇ ਗਏ ਨੇ ਤਾਂ ਉਹਨਾਂ ਨੂੰ ਉਹ ਕਿਵੇਂ ਕਰ ਪਾਉਂਦਾ ਹੈ, ਕਿੰਨੀ ਜਲਦੀ ਕਰ ਪਾਉਂਦਾ ਹੈ, ਇਹ ਉਸ ਦੇ ਵਿੱਚ ਆਊਗਾ ਜੋ ਕਿ ਲਚੀਲੇਪਣ ਨੂੰ ਜਿਹੜਾ ਪ੍ਰੈਜ਼ੈਂਟ ਕਰੂਗਾ। ਠੀਕ ਹੈ, ਇੱਕ ਪਾਸੇ ਉਹਨੇ ਡਰਾਇੰਗ ਕੀਤੀ ਹੈ, ਦੂਸਰੇ ਪਾਸੇ ਉਹ ਖੇਡ ਰਿਹਾ ਹੈ ਤਾਂ ਦੋਨਾਂ ਚੀਜ਼ਾਂ ਦੇ ਨਾਲ ਜਿਹੜਾ ਕੰਪੈਰੀਜ਼ਨ ਕਰਕੇ ਉਸ ਦੇ ਵਿੱਚ ਲਚਕਤਾ ਨੂੰ ਜਿਹੜਾ ਹੈ ਜਾਂ ਫਲੈਕਸੀਬਿਲਿਟੀ ਨੂੰ ਜਿਹੜਾ ਹੈ ਪਤਾ ਕੀਤਾ ਜਾ ਸਕਦਾ ਹੈ। ਓਕੇ, ਸੋ ਇਸੇ ਅੱਜ ਦੇ ਸਾਡੇ ਨੈਕਸਟ ਪਾਰਟ। ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।